ਜਿਹੜੀ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਸਾਡੇ ਤੇ ਜਾਨਲੇਵਾ ਹਮਲਾ ਕੀਤਾ, ਇਹਦੇ ਤੇ 0% ਵੀ ਕੋਈ ਸੱਚਾਈ ਨਹੀਂ ਹੈਗੀ। ਅਸਲ ਵਿੱਚ ਬਾਬਾ ਸੁਖਵਿੰਦਰ ਸਿੰਘ ਜਿਹੜੇ ਆ, ਉਹਨਾਂ ਨਾਲ ਮੇਰਾ ਪਿਛਲੇ ਲਗਭਗ 20-22 ਸਾਲ ਤੋਂ ਬਹੁਤ ਪਿਆਰ ਆ, ਸਾਡੇ ਚੰਗੇ ਰਿਸ਼ਤੇ ਆ। ਤੇ ਉਹਨਾਂ ਦੀ ਕੜੀ ਤਹਿਤ ਅੱਜ ਤੋਂ 3 ਸਾਲ ਪਹਿਲਾਂ ਮੈਂ ਆਪਣੀ ਬੇਟੀ ਜਿਹੜੀ ਆ ਉਹ ਸੁਖਵਿੰਦਰ ਸਿੰਘ ਦੇ ਬੇਟੇ ਵੱਲ ਵਿਆਹੀ ਆ। ਲੇਕਿਨ ਜਦੋਂ ਬੇਟੀ ਵਿਆਹੀ ਗਈ ਤੇ ਸੁਖਵਿੰਦਰ ਸਿੰਘ ਨੇ ਇਸ ਕਰਕੇ ਰਿਸ਼ਤਾ ਕੀਤਾ ਕਿ ਸ਼ਾਇਦ ਬਾਬਾ ਬੋਧ ਸਿੰਘ ਬੜਾ ਸਰਮਾਏਦਾਰ ਬੰਦਾ ਤੇ ਸਾਨੂੰ ਬਹੁਤ ਧਨ ਦੌਲਤ ਦੇਵੇਗਾ। ਲੇਕਿਨ ਮੈਂ ਇੱਕ ਕਿਰਤੀ ਬੰਦਾ ਜਿਹੜਾ ਕਿ ਮੈਂ ਉਹਨਾਂ ਦੀਆਂ ਆਸਾਂ ਤੇ ਸ਼ਾਇਦ ਪੂਰਾ ਨਹੀਂ ਉਤਰਿਆ। ਉਹਨਾਂ ਨੇ ਬੇਟੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਦਾਜ ਵਾਸਤੇ, ਜਿਹੜਾ ਕਿ ਮੈਂ ਆਪਣੇ ਵਿੱਤ ਮੁਤਾਬਕ ਸਮੇਂ-ਸਮੇਂ ਤੇ ਉਹਨਾਂ ਨੂੰ ਪੈਸੇ ਜਿਹੜੇ ਆ ਉਹ ਦਿੰਦਾ ਰਿਹਾ। ਲੇਕਿਨ ਜਿਉਂ-ਜਿਉਂ ਪੈਸੇ ਦਿੱਤੇ ਤਿਉਂ-ਤਿਉਂ ਉਹਨਾਂ ਦਾ ਲਾਲਚ ਜਿਹੜਾ ਜ਼ਿਆਦਾ ਵੱਡਾ ਹੁੰਦਾ ਗਿਆ ਤੇ ਬੇਟੀ ਨੂੰ ਪਰੇਸ਼ਾਨ ਕਰਨਾ ਕਿ ਜਦੋਂ ਅਸੀਂ ਇਹਨੂੰ ਪਰੇਸ਼ਾਨ ਕਰਦੇ ਹਾਂ ਤਿਉਂ ਹੀ ਉਹ ਆਪਣੀ ਬੇਟੀ ਨੂੰ ਵਸਾਉਣ ਵਾਸਤੇ ਪੈਸੇ ਪਾ ਦਿੰਦੇ ਆ। ਹੁਣ ਵੀ ਅਸੀਂ ਪਿਛਲੇ ਸਮੇਂ ਵਿੱਚ ਉਹਨਾਂ ਨੂੰ ਪੈਸੇ ਭੇਜੇ ਸੀਗੇ ਬਾਹਰ ਵਿਦੇਸ਼ ਵਿੱਚ, ਤੇ ਜਦੋਂ ਹੀ ਪੈਸੇ ਉਹਨਾਂ ਨੂੰ ਮਿਲੇ ਉਸੇ ਵੇਲੇ ਬੇਟੀ ਦੀ ਟਿਕਟ ਕਰਾ ਕੇ ਉਹਨਾਂ ਨੂੰ ਇੱਥੋਂ ਭੇਜਤਾ ਕਿ ਜਾ ਕੇ ਪੈਸੇ ਲੈ ਕੇ ਆਓ। ਅਸੀਂ ਅੱਜ ਦੋਵੇਂ ਪਿਓ ਪੁੱਤ ਉਹਨਾਂ ਦੇ ਘਰ ਗਏ ਸੀਗੇ। ਸਾਡੇ ਕੋਲ ਕੋਈ ਵੀ ਮਾਰੂ ਹਥਿਆਰ ਨਹੀਂ ਸੀਗਾ ਜਿਹੜਾ ਉਹ ਇਲਜ਼ਾਮ ਲਾ ਰਹੇ ਆ। ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਕਿ ਸਾਡਾ ਰਿਸ਼ਤੇਦਾਰੀ ਦਾ ਮਸਲਾ ਵਾ ਤੇ ਇਦਾਂ ਅਸੀਂ ਇੰਨਾ ਵੱਡਾ ਤੁਹਾਡਾ ਲਾਲਚ ਪੂਰਾ ਨਹੀਂ ਕਰ ਸਕਦੇ ਹੈਗੇ ਤੇ ਕੋਈ ਬੈਠ ਕੇ ਗੱਲ ਕਰ ਲਈਏ। ਲੇਕਿਨ ਅਸੀਂ ਦੋਏ ਸਾਂ, ਉਹਨਾਂ ਨੇ ਕਾਫੀ ਉੱਥੇ ਬੰਦੇ ਵੀ ਸੱਦੇ ਸੀਗੇ ਜਾਂ ਪਹਿਲੋਂ ਹੀ ਆਏ ਹੋਣਗੇ, ਤੇ ਉਸ ਤੋਂ ਇਲਾਵਾ ਸਰਮਨ ਸਿੰਘ ਤੇ ਸੁਖਵਿੰਦਰ ਸਿੰਘ ਉੱਥੇ ਸੀਗੇ। ਇੱਕ ਧੀ ਵਾਲਾ ਜਿਹੜਾ ਵਾ ਉਹ ਕਦੀ ਵੀ ਕੋਈ ਇਦਾਂ ਦਾ ਫੈਸਲਾ ਨਹੀਂ ਲੈ ਸਕਦਾ ਹੈਗਾ ਕਿ ਕੋਈ ਉਹ ਕਿਸੇ ਨੂੰ ਮਾਰਨਾ ਚਾਹੇ, ਉਹਨੇ ਤਾਂ ਆਪਣੇ ਧੀ ਦਾ ਘਰ ਵਸਾਉਣਾ ਹੈ। ਲੇਕਿਨ ਜਦੋਂ ਅਸੀਂ ਗਏ ਉਹਨਾਂ ਨੂੰ ਪੁੱਛਿਆ ਤੇ ਉਹ ਤੈਸ਼ ਵਿੱਚ ਆ ਗਏ ਤੇ ਸਾਨੂੰ ਬਹੁਤ ਵੱਧ ਘੱਟ ਬੋਲਣਾ ਸ਼ੁਰੂ ਕਰ ਦਿੱਤਾ। ਤੇ ਨਾਲ ਹੀ ਉਹਨਾਂ ਨੇ ਇੱਕ ਮੁੰਡੇ ਨੂੰ ਕਿਹਾ ਕਿ ਇੱਕ ਇਹਨਾਂ ਦੀ ਗੱਲ ਜਿਹੜੀ ਘਰ ਆਏ ਆ ਇਹਦਾ ਪ੍ਰੂਫ ਰੱਖਣ ਲਈ ਇੱਕ ਕੈਮਰੇ ਦੇ ਵਿੱਚ ਮੂਵੀ ਬਣਾਓ। ਮੈਂ ਕਿਹਾ ਮੂਵੀ ਬਣਾਉਣ ਦੀ ਕੀ ਲੋੜ ਆ, ਅਸੀਂ ਤੇ ਆਏ ਆ ਤੁਹਾਡੇ ਘਰ, ਇਹਦੇ 'ਚ ਕੋਈ ਦੋ ਰਹਿਵਾਂ ਨਹੀਂ। ਕਿਸੇ ਨੂੰ ਨਾਲ ਲੈ ਕੇ ਇਹਨੇ ਆਏ ਕਿ ਸਾਡੀ ਗੱਲ ਢੱਕੀ ਰਹੇ, ਕੋਈ ਪੰਚਾਇਤ ਨਹੀਂ, ਪੜ੍ਹਿਆ ਨਹੀਂ ਜਾਂਦੀ, ਅਸੀਂ ਤੇ ਦੋਵੇਂ ਪਿਓ ਪੁੱਤ ਆਏ ਆ ਗੱਲ ਕਰ। ਲੇਕਿਨ ਉਹ ਆਪਣੇ ਹੰਕਾਰ ਦੇ ਵਿੱਚ ਬਹੁਤ ਵੱਧ ਘੱਟ ਬੋਲਦੇ ਰਹੇ, ਜਿਹਦੇ ਵਿੱਚ ਸਾਡੀ ਤੈਸ਼ ਵਿੱਚ ਆਈ ਤੇ ਜਿਹੜੇ ਉੱਥੇ ਬੰਦੇ ਸੀ ਉਹਨਾਂ ਸਾਨੂੰ ਧੱਕੇ ਮਾਰ ਕੇ ਉੱਥੋਂ ਬਾਹਰ ਕੱਢਿਆ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਪਹਿਲਾਂ ਹੀ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਅੱਜ ਵੀ ਧਮਕੀਆਂ ਦੇ ਕੇ ਨੇ, ਸਾਨੂੰ ਇਹਨਾਂ ਕੋਲੋਂ ਖਤਰਾ ਹੈ ਆਪਣੀ ਜਾਨ ਦਾ। ਅਸੀਂ ਕਦੇ ਵੀ ਕੋਈ ਬੰਦਾ ਆਪਣੀ ਜਵਾਈ ਨੂੰ ਜਾਂ ਜਿੱਥੇ ਧੀ ਦਾ ਘਰ ਆ ਉੱਥੇ ਕਿਤੇ ਜਾਨੋਂ ਮਾਰਨ ਦੀ ਕੋਈ ਧਮਕੀ ਦੇ ਸਕਦਾ ਹੈਗਾ, ਤੇ ਜੇ ਕੋਈ ਧਮਕੀ ਦਿੱਤੀ ਤੇ ਫਿਰ ਉਹਦਾ ਕੋਈ ਕਿਉਂ ਨਹੀਂ ਇਹਨਾਂ ਨੇ ਉਹਦਾ ਐਕਸ਼ਨ ਲਿਆ ਹੈਗਾ, ਕਿਉਂ ਨਹੀਂ ਕੋਈ ਜ਼ਿਕਰ ਕੀਤਾ ਹੈਗਾ। ਬਿਲਕੁਲ ਇਹ ਉਹਨਾਂ ਦੀ 0% ਵੀ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਕਿ ਅਸੀਂ ਕਦੀ ਪਹਿਲੋਂ ਉਹਨਾਂ ਨੂੰ ਧਮਕੀ ਦਿੱਤੀ ਆ ਜਾਂ ਅੱਜ ਧਮਕੀ ਦਿੱਤੀ। ਉਹਨਾਂ ਦਾ ਕਹਿਣਾ ਕਿ ਸਾਡਾ ਕੋਈ ਪਰਿਵਾਰਿਕ ਡਿਸਪਿਊਟ ਨਹੀਂ ਹੈਗਾ, ਸਿਰਫ ਇਹ ਗੁਰਦੁਆਰਾ ਸਾਹਿਬ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਹੀ ਸਾਡੇ ਤੇ ਇਸ ਤਰ੍ਹਾਂ ਦਾ ਅਟੈਕ ਕਰ ਰਹੇ ਆ। ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਆ। ਮੇਰੇ ਗੁਆਂਢ ਵਿੱਚ ਗੁਰਦੁਆਰਾ ਤਪਸਤਾਨ ਆ ਸੰਤ ਬਾਬਾ ਹਜ਼ਾਰਾ ਸਿੰਘ ਜੀ ਦਾ, ਬਾਬਾ ਅਮਰੀਕ ਸਿੰਘ ਉੱਥੇ ਸੇਵਾ ਕਰਵਾ ਰਹੇ ਆ, ਮੇਰਾ ਕੋਈ ਡਿਸਪਿਊਟ ਨਹੀਂ। ਹੋਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਗੁਰਦੁਆਰੇ ਆ। ਇੱਥੇ ਸੰਤ ਅਵਤਾਰ ਸਿੰਘ ਜੀ ਛੱਤ ਵਾਲੇ ਆ, ਉਹਨਾਂ ਦੀ ਬੜੀ ਵੱਡੀ ਗੁਰਦੁਆਰੇ ਦੀ ਬਿਲਡਿੰਗ ਬਣੀ ਆ। ਇਸ ਕਰਕੇ ਇਹ ਤਾਂ ਕੋਈ ਲੌਜਿਕ ਦੀ ਗੱਲ ਨਹੀਂ ਕਿ ਗੁਰਦੁਆਰਾ ਸੋਹਣਾ ਬਣ ਗਿਆ ਤੇ ਕਿਸੇ ਬੰਦੇ ਨੂੰ ਉਹਦੇ ਨਾਲ ਕੋਈ ਐਲਰਜੀ ਆ। ਗੁਰਦੁਆਰੇ ਤੇ ਬਣਨੇ ਆ। ਉਸ ਤੋਂ ਇਲਾਵਾ ਜਿਹੜਾ ਉਹਨਾਂ ਗੁਰਦੁਆਰਾ ਬਣਾਇਆ ਉਹ ਆਪਣੀ ਨਿੱਜੀ ਜਾਇਦਾਦ ਵਿੱਚ ਬਣਾਇਆ, ਉਹਨਾਂ ਨੇ ਆਪ ਬਣਾਇਆ ਹੈਗਾ, ਉਹਦਾ ਕਿਸੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਗੁਰਦੁਆਰੇ ਨਾਲ। ਤੁਹਾਡੇ ਨਾਲ ਜੋ ਕੁਝ ਅੱਜ ਉੱਥੇ ਵਾਪਰਿਆ, ਤੁਸੀਂ ਕੋਈ ਕੰਪਲੇਂਟ ਕੀਤੀ? ਅਸੀਂ ਸਲਾਹ ਲੈ ਰਹੇ ਹਾਂ ਆਪਣੇ ਜਿਹੜੇ ਲਾਹੌਰ ਆ ਉਹਨਾਂ ਨਾਲ ਸਲਾਹ ਕਰਕੇ ਅਸੀਂ ਅੱਜ ਐਪਲੀਕੇਸ਼ਨ ਦੇ ਰਹੇ। ਇੱਕ ਹੋਰ ਉਹਨਾਂ ਨੇ ਤੁਹਾਡੇ ਰੋਕ ਲਗਾਇਆ ਕਿ ਗੈਂਗਸਟਰਾਂ ਨਾਲ ਇਹਨਾਂ ਦਾ ਤਾਲੁਕ ਹੈ। ਇਹ ਜਿਹੜਾ ਲਾਇਆ ਹੈਗਾ ਇਹਦੇ ਸੰਬੰਧ ਦੇ ਵਿੱਚ ਮੈਂ ਸਮਝਦਾ ਕਿ ਪੁਲਿਸ ਨੂੰ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਿਸੇ ਗੱਲ ਤੋਂ ਪਹਿਲਾਂ ਕੰਟਰੋਲ ਕਰਨਾ ਚਾਹੀਦਾ ਤੇ ਬਾਬਾ ਸੁਖਵਿੰਦਰ ਸਿੰਘ ਨੂੰ ਸਖਤੀ ਨਾਲ ਪੁੱਛਣਾ ਚਾਹੀਦਾ ਕਿ ਇਹ ਗੱਲ ਸਾਹਮਣੇ ਲਿਆਂਦੀ ਜਾਏ। ਇਹ ਤੇ ਬੜਾ ਵੱਡਾ ਕ੍ਰਾਈਮ ਆ ਕਿ ਬਾਬਾ ਬੋਧ ਸਿੰਘ ਦੇ ਗੈਂਗਸਟਰਾਂ ਨਾਲ ਸੰਬੰਧ ਹੈ। ਅਸੀਂ ਉਹਦੇ ਤੇ ਤੁਰੰਤ ਜਿਹੜੀ ਆ ਵਿਭਾਗੀ ਕਾਰਵਾਈ ਕਰੀਏ ਤੇ ਉਹਨੂੰ ਜੇਲ੍ਹ ਵਿੱਚ ਡੱਕੀਏ। ਇਹਦੇ ਲਈ ਸਾਨੂੰ ਪੁਖਤਾ ਸਬੂਤ ਜਿਹੜੇ ਪੁਲਿਸ ਨੂੰ ਬਾਬਾ ਸੁਖਵਿੰਦਰ ਸਿੰਘ ਜੀ ਕੋਲ ਲੈਣੇ ਚਾਹੀਦੇ। ਅੱਜ ਬਾਬਾ ਬੁੱਧ ਸਿੰਘ ਜੋ ਕਿ ਸੰਤ ਬਾਬਾ ਹਜ਼ਾਰਾ ਸਿੰਘ ਦੇ ਪਾਵਨ ਅਸਥਾਨ ਦੇ ਮੁੱਖ ਸੇਵਾਦਾਰ ਨੇ ਗੁਰਦੁਆਰਾ ਅੰਗੀਠਾ ਸਾਹਿਬ ਦੇ, ਉਹ ਅੱਜ ਅਚਨਚੇਤ ਹੀ ਆਏ ਨੇ ਸਾਡੀ ਰਿਹਾਇਸ਼ ਤੇ ਪਹੁੰਚ ਕੇ ਨਾਲ 10 ਬੰਦੇ ਹੋਰ ਸੀਗੇ ਜੋ ਬਾਹਰ ਸਾਡੀ ਰਿਹਾਇਸ਼ ਦੇ ਗੇਟਾਂ ਤੇ ਬਾਹਰ ਰੁਕੇ ਨੇ। ਆਪ ਦੋਵੇਂ ਪਿਓ ਪੁੱਤ ਬਾਬਾ ਬੁੱਧ ਸਿੰਘ ਤੇ ਉਹਨਾਂ ਦਾ ਬੇਟਾ ਲੋਕਦੀਪ ਸਿੰਘ
ਉਹ ਦੋਵੇਂ ਜਾਣੇ ਰੈਸ਼ ਦੇ ਅੰਦਰ ਆਏ ਆ ਤੇ ਅੰਦਰ ਆ ਕੇ ਬਾਹਰ ਜੋ ਪਾਰਕ ਦੇ ਵਿੱਚ ਕੁਰਸੀਆਂ ਡੱਠੀਆਂ ਸੀ ਉੱਥੇ ਬੈਠ ਗਏ ਨੇ ਤੇ ਸੇਵਾਦਾਰਾਂ ਨੇ ਜਾ ਕੇ ਮੈਸੇਜ ਦਿੱਤਾ। ਜਦੋਂ ਮੈਂ ਤੇ ਬਾਬਾ ਸਰਵਣ ਸਿੰਘ ਅੰਦਰੋਂ ਬਾਹਰ ਆਏ ਆ ਤੇ ਅਜੇ ਕੁਰਸੀ ਤੇ ਮੇਰੇ ਬੈਠਣ ਤੋਂ ਪਹਿਲਾਂ ਹੀ ਗੰਦੀਆਂ ਗਾਲਾਂ ਕੱਢ ਕੇ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੈਨੂੰ ਮਾਰਨਾ ਵਾ ਔਰ ਤੈਨੂੰ ਖਤਮ ਕਰਨਾ ਵਾ। ਤੇ ਨਾਲ ਦੀ ਨਾਲ ਹੀ ਕਹਿ ਦਿੱਤਾ ਕਿ ਸਰਵਣ ਸਿੰਘ ਦੂਸਰੀ ਚੇਅਰ ਤੇ ਬੈਠੇ ਸੀ, ਆਂਦੇ ਛੱਡਣਾ ਇਹਨੂੰ ਵੀ ਨਹੀਂ, ਮਾਰਨਾ ਵਾ ਤੁਹਾਨੂੰ, ਜਿੱਥੇ ਭੱਜਣਾ ਵਾ ਉੱਥੇ ਭੱਜ ਲਓ, ਆਪਣਾ ਪ੍ਰਬੰਧ ਕਰ ਲਓ, ਤੁਹਾਨੂੰ ਮਾਰਨਾ। ਤੇ ਸੇਵਾਦਾਰ 15-20 ਅਸਥਾਨ ਦੇ ਅੰਦਰ ਮੌਜੂਦ ਸੀਗੇ ਔਰ ਉੱਠ ਕੇ ਜੋ ਸੀ ਉਹ ਬੁਰਸ਼ਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਬਸ ਸਰਵਣ ਸਿੰਘ ਦੇ ਗੱਲ ਨੂੰ ਹੱਥ ਪਾਇਆ, ਮੇਰੇ ਨੂੰ ਕੁਰਸੀ ਮਾਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਭੜਕਾਟ ਵਿੱਚ ਲਿਆਉਣ ਦੇ ਪੂਰੇ ਯਤਨ ਕੀਤੇ। ਅਸੀਂ ਸੇਵਾਦਾਰਾਂ ਨੂੰ ਕਿਹਾ ਕਿ ਇਹਨਾਂ ਨੂੰ ਕੰਟਰੋਲ ਕਰਕੇ ਕੋਸ਼ਿਸ਼ ਕਰੋ ਕਿ ਪਿਛਾਂਹ ਕੀਤਾ ਜਾਵੇ। ਅਸੀਂ ਦੋਵੇਂ ਆਪਦੇ ਬਚਾਅ ਵਿੱਚ ਪਿੱਛੇ ਹੁੰਦੇ ਰਹੇ ਹਾਂ। ਉਹ ਦੋਵੇਂ ਪਿਓ ਪੁੱਤ ਸੀ ਜਿਹੜੇ ਉਹ ਸਾਨੂੰ ਪੂਰਾ ਮਾਰਨ ਵਾਸਤੇ ਯਤਨ ਕਰਦੇ ਰਹੇ ਤੇ ਗਾਲਾਂ ਕੱਢਦਿਆਂ ਤੇ ਚੀਜ਼ਾਂ ਚਲਾ ਚੇਅਰ ਚੁੱਕ ਕੇ ਮਾਰਨੀਆਂ ਇੱਧਰ ਉੱਧਰ। ਬਹੁਤ ਜ਼ਿਆਦਾ ਉਹਨਾਂ ਨੇ, ਜੋ ਕਿ ਆਸ ਨਹੀਂ ਕੀਤੀ ਜਾ ਸਕਦੀ ਕਿ ਇੱਕ ਜ਼ਿੰਮੇਵਾਰ ਸੰਸਥਾ ਦੇ ਮੁਖੀ ਔਰ ਜਿਨ੍ਹਾਂ ਨੂੰ ਨਾਂ ਦੇ ਨਾਲ ਸੰਤ ਸ਼ਬਦ ਲੱਗਦਾ ਹੋਵੇ, ਉਹ ਬੰਦੇ ਕਿਸੇ ਦੇ ਘਰ ਆ ਕੇ ਤੇ ਅਜਿਹੀ ਬੁਰਸ਼ਾਗਰਦੀ ਗੁੰਡਾਗਰਦੀ ਕਰਨ, ਜਿਹਦੀ ਆਸ ਲੋਕ ਕਰਦੇ ਆ ਕਿ ਗੈਂਗਸਟਰ ਦੇ ਨਾਂ ਤੋਂ ਨਫ਼ਰਤ ਹੋਈ ਸੀ ਲੋਕਾਂ ਨੂੰ। ਖਾਲੀ ਹੱਥ ਸੰਗ ਕੇ ਕੋਈ ਅਸਲਾ ਜਾਂ ਕੋਈ ਹਥਿਆਰ? ਆਪ ਦੋਨੋਂ ਪਿਓ ਪੁੱਤ ਖਾਲੀ ਹੱਥ ਸੀ ਔਰ ਜਿੰਨੇ ਨਾਲ ਬੰਦੇ ਸੀ ਅਸਲਾ ਸੀ। ਜੋ ਪਿੱਛੇ ਬੰਦਾ ਗੇਟ 'ਚ ਖੜਿਆ ਸੀ ਉਹ ਵਾਰ-ਵਾਰ ਰਿਵਾਲਵਰ ਕੱਢ ਰਿਹਾ ਸੀ ਕਿ ਜਦੋਂ ਵੀ ਕੋਈ ਗੱਲ ਹੁੰਦੀ ਆ ਤੇ ਮੈਂ ਇਹਨਾਂ ਨੂੰ ਗੋਲੀ ਮਾਰ ਦਿਆਂ, ਜੋ ਬੰਦਾ ਉਹਨਾਂ ਦੇ ਨਾਲ ਸੀਗਾ। ਕਾਰਨ ਕੀ ਹੋ ਸਕਦਾ ਐਸੀ ਗੁੰਡਾਗਰਦੀ ਦਾ ਜਾਂ ਐਸਾ ਹਮਲਾ ਕਰਨ ਦਾ? ਇਹਦੇ ਕਾਰਨ ਤੇ ਮੇਰੀ ਵੀ ਸਮਝ 'ਚੋਂ ਬਾਹਰ ਆ। ਸਾਡੇ 20 ਸਾਲ ਦੇ ਪੁਰਾਣੇ ਜੋ ਸੀ ਬੜੇ ਪਿਆਰ ਦੇ ਰਿਸ਼ਤੇ ਸੀਗੇ ਤੇ ਇਹ ਰਿਸ਼ਤੇ ਸੀ ਜੋ ਉਹ ਰਿਸ਼ਤੇਦਾਰੀ ਵਿੱਚ ਵੀ ਬਦਲੇ। ਤੇ ਅਚਨਚੇਤ ਮੈਨੂੰ ਅੱਜ ਤੋਂ 6 ਮਹੀਨੇ ਪਹਿਲਾਂ ਤੋਂ ਹੀ ਇਹ ਇਨਫੋਰਮੇਸ਼ਨਾਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ ਕਿ ਤੁਹਾਨੂੰ ਮਾਰਨ ਦੀਆਂ, ਤੁਹਾਡਾ ਜੋ ਹੈ ਕਤਲ ਕਰਨ ਦੀਆਂ ਉਹ ਯੋਜਨਾਵਾਂ ਬਣਾ ਰਹੇ, ਜਿਨ੍ਹਾਂ ਤੇ ਮੈਂ ਯਕੀਨ ਨਹੀਂ ਸੀ ਕਰਦਾ ਕਿ ਇੱਕ ਅਜਿਹੀ ਸਤਿਕਾਰਤ ਹਸਤੀ, ਇੱਕ ਪਾਵਨ ਸਥਾਨ ਦੇ ਮੁਖੀ ਅਜਿਹਾ ਕੰਮ ਨਹੀਂ ਕਰ ਸਕਦੇ ਕਿ ਲੋਕਾਂ ਦੀਆਂ ਅਫਵਾਹਾਂ ਨੇ ਜੋ ਉਹਨਾਂ ਨੇ ਅੱਜ ਸੱਚ ਕਰ ਦਿਖਾਈਆਂ ਹਨ। ਜੋ ਆ ਕੇ ਗੁੰਡਾਗਰਦੀ ਕੀਤੀ ਆ, ਜਿਸ ਤਰ੍ਹਾਂ ਸਾਨੂੰ ਮਾਰਨ ਦਾ ਯਤਨ ਕੀਤਾ ਔਰ ਕਹਿ ਕੇ ਗਿਆ ਗੇਟ ਦੇ ਵਿੱਚੋਂ ਜਾਂਦਿਆਂ ਕਿ ਆਪਦਾ ਭੱਜ ਲਓ, 2 ਜਾਂ 4 ਦਿਨ ਵਿੱਚ ਤੁਹਾਨੂੰ 2 ਜਾਣਿਆਂ ਨੂੰ ਮੈਂ ਖਤਮ ਕਰ ਦੂੰਗਾ। ਔਰ ਮੈਂ ਦੱਸਣਾ ਚਾਹੁੰਦਾ ਮੀਡੀਆ ਦੇ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਮੈਨੂੰ, ਮੇਰੇ ਪਰਿਵਾਰ ਨੂੰ, ਬਾਬਾ ਸਰਵਣ ਸਿੰਘ ਨੂੰ, ਉਹਦੇ ਪਰਿਵਾਰ ਨੂੰ ਕਿਸੇ ਨਾਲ ਵੀ ਕੋਈ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਉਹਦਾ ਪੂਰੇ ਦਾ ਪੂਰਾ ਜ਼ਿੰਮੇਵਾਰ ਬਾਬਾ ਬੁੱਧ ਸਿੰਘ ਤੇ ਉਹਦਾ ਬੇਟਾ ਲੋਕਦੀਪ ਸਿੰਘ ਆ। ਇਹਨਾਂ ਦੇ ਗੈਂਗਸਟਰਾਂ ਦੇ ਨਾਲ ਸੰਬੰਧ ਨੇ, ਚੰਗੇ ਸੰਬੰਧ ਨੇ, ਇਹਨਾਂ ਦੇ ਨਿਕਟਵਰਦੀ ਜਿੰਦੇ ਗੁੰਡਾਗਰਦ ਲੋਕ ਨੇ ਔਰ ਇਹ ਕਿਸੇ ਟਾਈਮ ਵੀ ਆਪ ਬੈਕ ਤੇ ਰਹਿ ਕੇ ਸਾਨੂੰ ਮਰਵਾ ਸਕਦੇ ਆ ਤੇ ਸਾਡੀ ਜਾਨ ਨੂੰ ਖਤਰਾ। ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਸਾਡੀ ਜਾਨ ਮਾਲ ਦੀ ਰਾਖੀ ਕਰਨੀ ਔਰ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਔਰ ਪ੍ਰਸ਼ਾਸਨ ਕਰੂਗਾ, ਮੈਂ ਆਸ ਵੀ ਰੱਖਦਾ। ਤੁਸੀਂ ਗੈਂਗਸਟਰਾਂ ਦਾ ਨਾਂ ਲਿਆ, ਕੋਈ ਨਾਂ ਹੈਗੇ ਤੁਹਾਡੇ ਧਿਆਨ ਦੇ ਵਿੱਚ ਕਿ ਕਿਹੜੇ ਗੈਂਗਸਟਰਾਂ ਦੇ ਨਾਲ ਇਹਦੇ ਤਾਲੁਕਾਤ ਹੈਗੇ? ਮੈਂ ਨਾ ਕਿ ਜੀ ਇਹ ਸਾਰਾ ਕੁਝ ਸਮਾਂ ਪੈਣ ਦੇ ਉੱਤੇ ਆਪਣੇ ਆਪ ਹੀ ਪਰਤਾਂ ਖੁੱਲਣਗੀਆਂ ਤੇ ਮੀਡੀਆ ਦੇ ਵੀ ਤੇ ਸਮਾਜ ਦੇ ਵੀ ਸਭ ਕੁਝ ਸਾਹਮਣੇ ਆ ਜਾਏਗਾ। ਮੰਨ ਕੇ ਚੱਲੀਏ ਪਰਿਵਾਰਕ, ਤੁਸੀਂ ਰਿਸ਼ਤੇਦਾਰੀ ਦੀ ਗੱਲ ਕੀਤੀ, ਰਿਸ਼ਤੇਦਾਰੀ ਦਾ ਡਿਸਪਿਊਟ ਹੋ ਸਕਦਾ ਜਾਂ ਫਿਰ ਧਾਰਮਿਕ ਸਥਾਨ ਦਾ, ਕਿਉਂਕਿ ਜਿਸ ਜਗ੍ਹਾ ਤੇ ਅਸੀਂ ਬੈਠੇ ਹਾਂ ਇਹ ਇੱਕ ਹੀ ਸੰਤ ਮਹਾਂਪੁਰਸ਼ਾਂ ਦੇ ਨਾਂ ਤੋਂ ਸ਼ੁਰੂ ਹੁੰਦੇ ਆ ਧਾਰਮਿਕ ਸਥਾਨ, ਉਹਨਾਂ ਦਾ ਵੀ ਤੁਹਾਡਾ ਵੀ। ਕਿਹੜਾ ਡਿਸਪਿਊਟ ਮੰਨ ਕੇ ਚੱਲੀਏ, ਧਾਰਮਿਕ ਸਥਾਨਾਂ ਦਾ ਮੰਨ ਕੇ ਚੱਲੀਏ ਕਿ ਜਾਂ ਤੁਹਾਡੇ? ਜੀ ਇਹਦੇ ਵਿੱਚ ਰਿਸ਼ਤੇਦਾਰੀ ਦਾ ਕੋਈ ਬਹੁਤਾ ਵੱਡਾ ਐਡਾ ਡਿਸਟ੍ਰੀਬਿਊਟ ਨਹੀਂਗਾ। ਵੇਖੋ ਰਿਸ਼ਤੇਦਾਰੀਆਂ ਸਮਾਜ ਦੇ ਵਿੱਚ ਅੱਜ ਜਿਸ ਤਰ੍ਹਾਂ ਸਮਾਜ ਗੰਧਲਾ ਹੋ ਚੁੱਕਾ, ਆਪ ਸਾਰੇ ਭਲੀ ਭਾਂਤ ਜਾਣੂ। ਬੱਚੇ ਅਸੀਂ ਸੰਸਥਾਵਾਂ ਵਾਲਿਆਂ ਨੇ ਨਾ ਇੱਕ ਜਿਹੜਾ ਕਿਰਤ ਦਾ ਨਾ 1 ਰੁਪਈਆ ਗੋਲਕ 'ਚ ਮੱਥਾ ਟੇਕਦਾ, ਉਹ ਹੱਕ ਸੱਚ ਦੀ ਕਿਰਤ ਦਾ ਵਾ। ਅਸੀਂ ਸੰਗਤ ਤੋਂ ਮਾਇਆ ਇਕੱਠੀ ਕਰਕੇ ਮੋਟੇ ਰੂਪ 'ਚੋਂ ਮਾਇਆ ਦੇ ਕੇ ਆਪਣੇ ਬੱਚਿਆਂ ਨੂੰ ਹੋਸਟਲਾਂ ਦੇ ਵਿੱਚ ਰੱਖਦੇ ਹਾਂ, ਉਹਨਾਂ ਨੂੰ ਪੀਜੀ 'ਚ ਰੱਖਦੇ ਹਾਂ, ਉਹਨਾਂ ਨੂੰ ਵੱਡੇ ਵੱਡੇ ਕਾਲਜਾਂ 'ਚ ਕੁਆਲੀਫਿਕੇਸ਼ਨ ਜੋ ਦਵਾ ਰਹੇ ਹਾਂ ਔਰ ਉਹਨਾਂ ਨੂੰ ਅਸੀਂ ਇਹ ਸੰਗਤ ਦੀ ਮਾਇਆ ਮਹਿੰਗੇ ਖਰਚ ਕਰਨ ਵਾਸਤੇ ਹੋਟਲਾਂ ਦੇ ਵਿੱਚ, ਜਿੱਥੇ ਹਜ਼ਾਰ ਦੇ ਕੌਫੀ ਦੇ ਕੱਪ ਹੋਣ, ਜਿੱਥੇ ਮਹਿੰਗੇ ਰਹਿਣ ਦੇ ਰੈਂਟ ਵੀ 30-30 ਹਜ਼ਾਰ ਹੋਣ, ਜਿੱਥੇ 2 ਨੰਬਰ ਵਾਲੇ ਲੋਕਾਂ ਨੇ ਰਹਿਣਾ ਵਾ, ਅਸੀਂ ਉਹ ਮਾਇਆ ਸੰਗਤ ਦੀ ਉੱਥੇ ਖਰਚ ਕਰਾਂਗੇ ਜਦੋਂ ਆਪਦੇ ਬੱਚਿਆਂ ਨੂੰ ਦਿਆਂਗੇ ਜਾਂ ਮੈਂ ਵੀ ਕਰਾਂ ਆਪ। ਤੇ ਇਹ ਤੇ ਸਤਿਗੁਰ ਜੀ ਦਾ ਇੱਕ ਸਿਧਾਂਤ ਹੈ ਕਿ ਸੰਗਤ ਦੀ ਮਾਇਆ ਦੀ ਜੋ ਹੈ ਉਹ ਫਿਰ ਬੁੱਧੀ ਭ੍ਰਿਸ਼ਟ ਕਰਦੀ ਆ। ਇਹਦਾ ਮਤਲਬ ਧਾਰਮਿਕ ਸਥਾਨਾਂ ਦੇ ਧਾਰਮਿਕ ਮੈਂ ਚਾਹੁੰਦਾ ਮੇਰੇ ਜੋ ਮੈਂ ਐਨਾਲਿਸਿਸ ਕਰਦਾ ਜੀ ਕਿ ਡਿਸਟ੍ਰੀਬਿਊਟ ਤਾਂ ਪਰਿਵਾਰਾਂ 'ਚ 50% 'ਚ ਚੱਲ ਰਹੇ ਨੇ।
ਕਿੰਨੇ ਕੁ ਇੱਕ ਦੂਜੇ ਦੇ ਘਰ ਜਾ ਕੇ ਗੁੰਡਾਗਰਦੀ ਕਰ ਰਹੇ ਤੇ ਕਿੰਨੇ ਕੁ ਕਤਲ ਕਰਨ ਦੀਆਂ ਧਮਕੀਆਂ ਦੇ ਰਹੇ ਤੇ ਕਤਲ ਕਰਨ ਦੀਆਂ ਯੋਜਨਾਵਾਂ ਬਣਾ ਕੇ ਕਿੰਨੇ ਕੁ ਲੋਕ ਜਾ ਰਹੇ ਆ। ਇਹ ਕਹਿ ਸਕਦੇ ਹਾਂ ਆਪਾਂ ਕਿ ਸੰਤ ਬਾਪੂ ਸੰਪੂਰਨ ਸਿੰਘ ਜੀ ਮਲਕਪੁਰ ਵਾਲਿਆਂ ਦੇ ਪਾਵਨ ਪਵਿੱਤਰ ਅਸਥਾਨ ਦੀ ਚੜ੍ਹਦੀ ਕਲਾ ਬਰਦਾਸ਼ਤ ਦੀ ਹੱਦ ਤੋਂ ਬਾਹਰ ਆ। ਬਾਬਾ ਸਰਵਣ ਸਿੰਘ ਦੀ ਚੜ੍ਹਦੀ ਕਲਾ ਬਰਦਾਸ਼ਤ ਦੀ ਹੱਦ ਤੋਂ ਬਾਹਰ ਆ। ਇਹ ਹਮਲੇ ਨੂੰ ਮੈਂ ਤਾਂ ਇਹਦੇ ਨਾਲ ਹੀ ਜੋੜ ਸਕਦਾ, ਜੇ ਰਿਸ਼ਤੇਦਾਰੀ ਦਾ ਡਿਸਟ੍ਰੀਬਿਊਟ ਸੀ ਤੇ ਉਹ ਤਾਂ ਸਿਆਣੇ ਲੋਕਾਂ ਦੇ ਵਿੱਚ ਬਹਿ ਕੇ ਤੇ ਹੱਲ ਹੁੰਦੇ ਆ, ਨਾ ਕਿ ਗੁੰਡਾਗਰਦੀ ਕਰਕੇ, ਕਿਸੇ ਨੂੰ ਡਰਾ ਕੇ, ਕਿਸੇ ਨੂੰ ਮਾਰਨ ਜਾ ਕੇ, ਕਿ ਗੋਲੀਆਂ ਦੇ ਨਾਲ ਹਥਿਆਰ ਲਿਜਾ ਕੇ ਆਪਣੀ ਬੁਰਸ਼ਾਗਰਦੀ ਕਰਕੇ ਉਹਨੂੰ ਕੋਸ਼ਿਸ਼ ਕਰੋ ਹੱਲ ਕਰਨ ਦੀ। ਐਵੇਂ ਪਰਿਵਾਰਕ ਡਿਸਟ੍ਰੀਬਿਊਟ ਹੱਲ ਨਹੀਂ ਹੁੰਦੇਗੇ।